एक बार सर्ब कला समरथ डोलन ते राखो प्रभु नानक दे कर हथ डोलन ते राखो प्रभु नानक दे कर हथ जुगो जुग अटल चाबर छतर तख्त दे मालक दुनिया दे सांझे रहबर सतगुरु धन धन साहिब श्री गुरु गुरु ग्रंथ साहिब महाराज जी दे पावन पवित्र दरबार दे विच बैठ के सतगुरु जी की पावन बाणी का आनंद लै रही गुरु पातशाह की साजी निवाजी साध संगत जी, आओ सब तो पहला सतगुरु गुरु ग्रंथ साहिब महाराज जी के पावन दरबार दे विच लवाइए आपो अपनियां हाजरियां मनोबिरतियां नूं करिए एकागर चित्त नूं जोड़िए गुरु पातशाह जी दे चरण कमलों दे नाल। 10वें पातशाह साहिब श्री गुरु गुरु गोबिंद सिंह साहिब महाराज जी वल्लों बख्शिश कीता होया फतेह दा नारा बुलंद करदे होए सारी संगत एक बार गज के बुलाओ फतेह जी। आखो वाहिगुरु जी का खालसा वाहिगुरु जी की फतेह। अज आपां सारे जाणियां ने रल के गुरु अर्जुन देव महाराज जी दे हुक्म दे मुताबक सतगुरां वल्लों बख्शिश कीती समझ दे मुताबक इस विचार नाल जुड़ना है कि मनुख दे लई नाम सहायता किवें करदा है। देखो आपां रोज़ इस विचार दे विच पैंदे हाँ, गुरबाणी नूं विचारदे हाँ, जुड़दे हाँ विचार दे नाल भी मनुख दे लई नाम जपना अति जरूरी है। गुरु ग्रंथ साहिब महाराज जी की संपूर्ण बाणी दे विच बार बार सतगुरां ने कहा नाम जपो, नाम जपना मनुख लई जरूरी है। मनुख दा जीवन ही नाम जपण वास्ते मिलिया है। पर गुरु अर्जुन देव महाराज जी कहते सहायता किवें करदा है। छोटियां छोटियां उदाहरणां नूं गुरु पातशाह जी ने दर्शाउंदियां होयां बड़े लहजे दे नाल बड़े वधिया ढंग तरीके दे नाल मनुख नूं समझाया कि भाई तेरे लई नाम ऐ सहायता करेगा जिवें दुनिया दे विच विचरदियां इन्हां चीज़ां दे लई वो चीज़ां सहायता करदियां ने। उदाहरणां दित्तियां पातशाह जी ने। गुरु अर्जुन देव महाराज जी की किरपा दे नाल अज उन्हां उदाहरणां नूं विचारना करिए। सतगुरु जी का माली गौड़ा राग दे विच ये शब्द है। पातशाह जी गुरु अर्जुन देव महाराज जी कहते ऐसो सहाई हर को नाम, कहते मनुख दे लई हरी दा नाम ऐ सहायता करदा है, ऐ मददगार बनदा है। इस तरीके दे नाल नाम सहायता करदा है मनुख दी, जीव दी। किवें
ਮਹਾਰਾਜ ਜੀ ਕਹਿੰਦੇ ਸਾਧ ਸੰਗਤ ਭਜ ਪੂਰਨ ਕਾਮ। ਜਦੋਂ ਸਾਧ ਸੰਗਤ ਦੇ ਵਿੱਚ ਪਵੇਂਗਾ ਨਾ, ਗੁਰੂ ਕੀ ਸੰਗਤ ਦੇ ਨਾਲ ਜੁੜ ਕੇ ਗੁਰੂ ਦੀ ਸੰਗਤ ਕਰੇਗਾ, ਤੇ ਮਹਾਰਾਜ ਜੀ ਕਹਿੰਦੇ ਭਜ, ਜਦੋਂ ਭਜਨ ਕਰੇਗਾ, ਪਰਮਾਤਮਾ ਨੂੰ ਯਾਦ ਕਰੇਗਾ ਨਾ, ਗੁਰੂ ਦੀ ਸੰਗਤ ਨਾਲ ਜੁੜ ਕੇ, ਗੁਰੂ ਨਾਲ ਜੁੜ ਕੇ ਪਰਮਾਤਮਾ ਨੂੰ ਯਾਦ ਕਰੇਗਾ, ਤਾਂ ਮਹਾਰਾਜ ਕਹਿੰਦੇ ਪੂਰਨ ਕਾਮ, ਤੇਰੇ ਜ਼ਿੰਦਗੀ ਦੇ ਸਾਰੇ ਕੰਮ ਸਬਰ ਜਾਣੇ ਨੇ, ਸਾਰੇ ਕੰਮਾਂ ਦਾ ਉਸ ਪਰਮਾਤਮਾ ਨੇ ਰਖਵਾਲੇ ਹੋ ਜਾਣਾ ਹੈ, ਸਾਰੇ ਕੰਮਾਂ ਨੂੰ ਉਹ ਪਰਮਾਤਮਾ ਨੇ ਪੂਰਿਆਂ ਕਰ ਦੇਣਾ ਹੈ, ਪੂਰਨ ਕਰ ਦੇਣਾ ਹੈ। ਪਾਤਸ਼ਾਹ ਕਹਿੰਦੇ ਐਸੋ ਸੁਹਾਈ ਹਰ ਕੋ ਨਾਮ, ਇਹੇ ਜੀ ਮਦਦ ਕਰਦਾ ਹਰੀ ਦਾ ਨਾਮ, ਐ ਸਹਾਈ ਹੁੰਦਾ ਹੈ। ਸਾਧ ਸੰਗਤ ਭਜ ਪੂਰਨ ਕਾਮ, ਕਹਿੰਦੇ ਗੁਰੂ ਦੀ ਸੰਗਤ ਵਿੱਚ ਪਿਆ ਤੋਂ ਪਰਮਾਤਮਾ ਨੂੰ ਯਾਦ ਕੀਤਿਆਂ ਤੇਰੇ ਸਾਰੇ ਕੰਮ ਉਹ ਪਰਮਾਤਮਾ ਨੇ ਸਵਾਰ ਦੇਣੇ ਨੇ। ਅੱਗੇ ਮਹਾਰਾਜ ਜੀ ਨੇ ਉਦਾਹਰਨਾਂ ਦੇਣੀਆਂ ਸ਼ੁਰੂ ਕੀਤੀਆਂ। ਮਹਾਰਾਜ ਕਹਿੰਦੇ ਐ ਸਹਾਇਤਾ ਹੋਵੇਗੀ ਜਿਵੇਂ ਪਾਤਸ਼ਾਹ ਜੀ ਕਹਿੰਦੇ ਬੂੜਤ ਕੋ ਜੈਸੇ ਬੇੜੀ ਮਿਲਤ। ਬੂੜਤ ਦਾ ਮਤਲਬ ਹੈ ਡੁੱਬਦੇ ਹੋਏ ਨੂੰ। ਮਹਾਰਾਜ ਕਹਿੰਦੇ ਮੰਨ ਲਓ ਕੋਈ ਸਮੁੰਦਰ ਦੇ ਵਿੱਚ ਜਾਂ ਨਦੀ ਦੇ ਵਿੱਚ, ਨਦੀ ਨੂੰ ਪਾਰ ਕਰ ਰਿਹਾ ਹੈ ਬੇੜੀ ਦੇ ਵਿੱਚ ਬੈਠ ਕੇ, ਜਾਂ ਸਮੁੰਦਰ ਦੇ ਵਿੱਚ ਬੇੜੀ ਦੇ ਵਿੱਚ ਬੈਠ ਕੇ ਸਮੁੰਦਰ ਨੂੰ ਪਾਰ ਕਰ ਰਿਹਾ ਹੈ, ਤੇ ਰੱਬ ਨਾ ਕਰੇ ਮਹਾਰਾਜ ਕਹਿੰਦੇ ਉਹਦੀ ਬੇੜੀ ਡੁੱਬਦੀ ਹੋਵੇ ਕਿਸੇ ਕਾਰਨਾਂ ਦੇ ਨਾਲ, ਤੇ ਮਹਾਰਾਜ ਕਹਿੰਦੇ ਉਹ ਡੁੱਬਦੇ ਹੋਏ ਦੇ ਲਈ ਤੇ ਬੇੜੀ ਉਹਨੂੰ ਤਾਰ ਕੇ ਪਾਰ ਲਾ ਦੇਵੇ ਡੁੱਬਦੇ ਹੋਏ ਨੂੰ। ਮੰਨ ਲਓ ਕੋਈ ਨਦੀ ਦੇ ਵਿੱਚ ਡੁੱਬ ਰਿਹਾ ਹੈ, ਜਾਂ ਇਹ ਕਹਿ ਲਈਏ ਕਿਸੇ ਪਾਣੀ ਦੇ ਵਿੱਚ ਡੁੱਬ ਰਿਹਾ ਹੈ, ਜਾਂ ਸਮੁੰਦਰ ਦੇ ਵਿੱਚ ਡੁੱਬ ਰਿਹਾ ਹੈ, ਉਹਨੂੰ ਉਹਦੀ ਬੇੜੀ ਉਹਨੂੰ ਪਾਰ ਲਾ ਦੇਵੇ। ਮਹਾਰਾਜ ਕਹਿੰਦੇ ਉਹਦੇ ਲਈ ਉਸ ਟਾਈਮ 'ਤੇ ਸਭ ਤੋਂ ਮਦਦਗਾਰ ਕੌਣ ਬਣਿਆ? ਉਦਾਹਰਨਾਂ ਦਿੱਤੀਆਂ ਪਾਤਸ਼ਾਹ ਨੇ, ਛੋਟੀਆਂ ਛੋਟੀਆਂ ਉਦਾਹਰਨਾਂ ਦੇ ਵਿੱਚੋਂ ਸਿੱਖਿਆ ਬੜੀ ਵੱਡੀ ਬਖਸ਼ੀ ਮਹਾਰਾਜ ਜੀ ਨੇ। ਮਹਾਰਾਜ ਕਹਿੰਦੇ ਬੂੜਤ ਕੋ ਜੈਸੇ ਬੇੜੀ ਮਿਲਤ, ਡੁੱਬਦੇ ਹੋਏ ਦੇ ਲਈ ਸਹਾਰਾ ਸਭ ਤੋਂ ਵੱਡਾ ਉਦੋਂ ਬੇੜੀ ਬਣਦੀ ਹੈ, ਕਿਸ਼ਤੀ ਬਣਦੀ ਹੈ। ਇਸ ਤਰ੍ਹਾਂ ਮਨੁੱਖ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਾ ਜਾ ਰਿਹਾ ਹੈ, ਇਹਦੇ ਲਈ ਨਾਮ ਰੂਪੀ ਜਹਾਜ਼ ਹੀ ਸਭ ਤੋਂ ਵਧੀਆ ਹੈ। ਨਾਮ ਰੂਪੀ ਬੇੜੀ ਹੀ ਸਭ ਤੋਂ ਵਧੀਆ ਤਰਨ ਵਾਸਤੇ ਸੰਸਾਰ ਸਮੁੰਦਰ ਦੇ ਵਿੱਚੋਂ ਜੀਵ ਦੇ ਲਈ ਸਭ ਤੋਂ ਵੱਡੀ ਚੀਜ਼ ਹੈ। ਫਿਰ ਅਗਲੀ ਗੱਲ ਮਹਾਰਾਜ ਜੀ ਕਹਿੰਦੇ ਬੂਝਤ ਦੀਪਕ ਮਿਲਤ ਤਿਲਤ। ਦੀਪਕ ਭਾਵ ਦੀਵਾ, ਬੂਝਤ ਭਾਵ ਬੁਝਦਾ ਹੋਇਆ। ਮਹਾਰਾਜ ਕਹਿੰਦੇ ਬੁਝਦੇ ਹੋਏ ਦੀਵੇ ਨੂੰ ਜੇਕਰ ਤੇਲ ਮਿਲ ਜਾਵੇ, ਬੂਝਤ ਦੀਪਕ ਮਿਲਤ ਤਿਲਤ, ਤਿਲਤ ਭਾਵ ਤੇਲ, ਮਿਲਤ ਭਾਵ ਮਿਲ ਜਾਣਾ। ਸਤਿਗੁਰੂ ਜੀ ਕਹਿੰਦੇ ਬੁਝਦੇ ਹੋਏ ਦੀਵੇ ਨੂੰ ਜੇਕਰ ਤੇਲ ਦੁਬਾਰਾ ਮਿਲ ਜਾਵੇ ਤੇ ਬੱਤੀ ਨੂੰ ਦੁਬਾਰਾ ਤੇਲ ਲੱਗ ਜਾਵੇ, ਮਹਾਰਾਜ ਕਹਿੰਦੇ ਉਹ ਦੁਬਾਰਾ ਉਜਲਾ ਹੋ ਜਾਵੇਗਾ, ਦੁਬਾਰਾ ਜਗ ਜਾਵੇਗਾ ਦੀਵਾ, ਬੁਝਦਾ ਹੋਇਆ ਹੋਰ ਚਾਨਣ ਕਰ ਦੇਵੇਗਾ। ਮਹਾਰਾਜ ਕਹਿੰਦੇ ਉਦੋਂ ਬੁਝਦੇ ਹੋਏ ਦੀਵੇ ਲਈ ਸਭ ਤੋਂ ਵੱਡਾ ਸਹਾਰਾ ਕੀ ਬਣਦਾ ਹੈ? ਤੇਲ ਸਭ ਤੋਂ ਵੱਡਾ ਸਹਾਰਾ ਹੈ। ਬੂਝਤ ਦੀਪਕ ਮਿਲਤ ਤਿਲਤ। ਮਹਾਰਾਜ ਕਹਿੰਦੇ ਬੁਝਦੇ ਹੋਏ ਦੀਵੇ ਨੂੰ ਜੇ ਤੇਲ ਮਿਲ ਜਾਵੇ ਤਾਂ ਤੇਲ ਹੀ ਸਭ ਤੋਂ ਵੱਡਾ ਸਹਾਰਾ ਦੀਵੇ ਲਈ ਬਣ ਜਾਣਾ ਹੈ। ਇਸੇ ਤਰ੍ਹਾਂ ਮਨੁੱਖਾ ਜੀਵਨ ਦੇ ਲਈ ਸਭ ਤੋਂ ਵੱਡਾ ਸਹਾਰਾ ਗੁਰੂ ਦਾ ਨਾਮ ਬਣਦਾ ਹੈ। ਅਗਲੀ ਉਦਾਹਰਣ ਦੇ ਵਿੱਚ ਮਹਾਰਾਜ ਜੀ ਨੇ ਕਿਹਾ, ਪਾਤਸ਼ਾਹ ਜੀ ਕਹਿੰਦੇ ਜਲਤ ਅਗਨੀ ਮਿਲਤ ਨੀਰ। ਮੰਨ ਲਓ ਕੋਈ ਅੱਗ ਦੇ ਵਿੱਚ ਸੜ ਰਿਹਾ ਹੋਵੇ, ਜਲ ਰਿਹਾ ਹੋਵੇ, ਮੱਚ ਰਿਹਾ ਹੋਵੇ, ਤੇ ਉਹਨੂੰ ਪਾਣੀ ਮਿਲ ਜਾਵੇ। ਮਹਾਰਾਜ ਕਹਿੰਦੇ ਜਲਤ ਅਗਨੀ ਮਿਲਤ ਨੀਰ। ਨੀਰ ਭਾਵ ਪਾਣੀ, ਅਗਨੀ ਭਾਵ ਅੱਗ। ਸਪਸ਼ਟ ਤੌਰ 'ਤੇ ਬਾਣੀ ਦੇ ਅਰਥ ਨੇ ਸਾਰੇ। ਮਹਾਰਾਜ ਕਹਿੰਦੇ ਜੇਕਰ ਮੱਚਦੇ ਹੋਏ ਦੇ ਲਈ ਉਹਨੂੰ ਸਭ ਤੋਂ ਵੱਡਾ ਸਹਾਰਾ ਉਦੋਂ ਪਾਣੀ ਦਾ ਬਣਨਾ ਹੈ, ਪਾਣੀ ਮਿਲ ਜਾਵੇ ਤਾਂ ਮਹਾਰਾਜ ਕਹਿੰਦੇ ਉਹਦੇ ਲਈ ਸਭ ਤੋਂ ਵੱਡਾ ਸਹਾਰਾ ਉਸ ਟਾਈਮ ਬਲਦੇ ਹੋਏ ਲਈ, ਮੱਚਦੇ ਹੋਏ ਲਈ ਪਾਣੀ ਹੀ ਹੈ। ਇਸੇ ਤਰ੍ਹਾਂ ਦੁਨੀਆ ਦੀ ਅੱਗ ਦੇ ਵਿੱਚ ਸੜਦੇ ਮਨੁੱਖ ਦੇ ਲਈ ਨਾਮ ਰੂਪੀ ਪਾਣੀ ਸਭ ਤੋਂ ਵੱਡਾ ਸਹਾਰਾ ਹੈ। ਫਿਰ ਪਾਤਸ਼ਾਹ ਜੀ ਨੇ ਅਗਲੀ ਉਦਾਹਰਣ ਦਿੱਤੀ।
महाराज कहते जैसे बारिक मुख है खीर, खीर का भाव है दुध, मुख है दा भाव है मूँह, ते बालक भाव बच्चा। महाराज कहते भुखा रोंदा होया बच्चा ਉਹਦੇ ਮੂੰਹ ਦੇ ਵਿੱਚ ਦੁੱਧ ਮਿਲ ਜਾਵੇ ਤੇ ਉਹਦਾ ਕੀ ਹੋ ਜਾਵੇਗਾ, ਰੋਣਾ ਚੁੱਪ ਹੋ ਜਾਣਾ ਹੈ, ਰੋਣਾ ਚੁੱਪ ਹੋ ਜਾਵੇਗਾ ਕਿਉਂਕਿ ਉਹਦੇ ਮੂੰਹ ਦੇ ਵਿੱਚ ਦੁੱਧ ਮਿਲ ਗਿਆ। ਮਹਾਰਾਜ ਕਹਿੰਦੇ ਜੈਸੇ ਬਾਰਿਕ ਮੁਖ ਹੈ ਖੀਰ, ਜਿਵੇਂ ਬੱਚੇ ਦੇ ਮੂੰਹ ਦੇ ਵਿੱਚ ਦੁੱਧ ਪੈ ਜਾਵੇ ਉਹਦਾ ਰੋਣਾ ਚੁੱਪ ਹੋ ਜਾਵੇਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਦੁਨੀਆ ਮਾਇਆ ਪਿੱਛੇ ਲੱਗ ਕੇ, ਦੁਨੀਆਦਾਰੀ ਦੀ ਮਾਇਆ ਜਿਹੜੀ ਆ ਸੰਸਾਰ ਦੀ ਮਾਇਆ, ਜਿੰਨੀਆਂ ਵੀ ਚੀਜ਼ਾਂ ਜਿੰਨੀਆਂ ਵੀ ਵਸਤੂਆਂ ਮਨੁੱਖ ਨੂੰ ਪਰਮਾਤਮਾ ਨਾਲੋਂ ਦੂਰ ਕਰ ਰਹੀਆਂ ਨੇ, ਇਹਨਾਂ ਨੂੰ ਮਾਇਆ ਦੇ ਰੂਪ ਕਿਹਾ ਸਾਰੇ। ਤੇ ਮਹਾਰਾਜ ਜੀ ਕਹਿੰਦੇ ਇਹ ਮਾਇਆ ਦੇ ਵਿੱਚ ਪੈ ਕੇ ਹਰ ਇੱਕ ਮਨੁੱਖ, ਹਰ ਇੱਕ ਜੀਵ ਹਾਏ ਹਾਏ ਕਰਦਾ ਫਿਰਦਾ ਹੈ, ਰੋਣਾ ਲੱਗਿਆ ਹੋਇਆ ਹੈ ਹਰ ਇੱਕ ਨੂੰ, ਅੰਦਰੋਂ ਹਰ ਇੱਕ ਦੇ ਅੰਦਰ ਰੋਣਾ ਹੈ, ਹਰ ਇੱਕ ਦੇ ਅੰਦਰ ਤੜਫ ਹੈ ਅੰਦਰੋਂ। ਤੇ ਮਹਾਰਾਜ ਜੀ ਕਹਿੰਦੇ ਜਿਵੇਂ ਰੋਂਦੇ ਹੋਏ ਬੱਚੇ ਦੀ ਰੋਣੇਪਣ ਨੂੰ ਮਾਤਾ ਦਾ ਦੁੱਧ ਚੁੱਪ ਕਰਾ ਦਿੰਦਾ ਹੈ, ਦੁਨੀਆਦਾਰੀ ਦੇ ਵਿੱਚ ਰੋਂਦੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਚੁੱਪ ਕਰਾ ਦਿੰਦਾ ਹੈ। ਪਰਮੇਸ਼ਰ ਦਾ ਨਾਮ ਕਿਸੇ ਦੇ ਮੂੰਹ ਦੇ ਵਿੱਚ ਪੈ ਜਾਵੇ, ਉਹਦਾ ਰੋਣਾ ਹਾਏ ਹਾਏ ਕੀਤਾ, ਮਨ ਦੀ ਜਿਹੜੀ ਕੁਰਲਾਹਟ ਹੈ, ਮਨ ਦੀ ਜਿਹੜੀ ਤੜਫ ਹੈ ਉਹ ਰੁਕ ਜਾਵੇਗੀ। ਅੱਗੇ ਮਹਾਰਾਜ ਜੀ ਨੇ ਅਗਲੀ ਉਦਾਹਰਣ ਦਿੱਤੀ, ਜੈਸੇ ਰਣ ਮਹਿ ਸਖਾ ਭਰਾਤ। ਮਹਾਰਾਜ ਕਹਿੰਦੇ ਮੰਨ ਲਓ ਜੰਗ ਦੇ ਮੈਦਾਨ ਦੇ ਵਿੱਚ, ਰਣ ਹੁੰਦਾ ਜੰਗ ਦਾ ਮੈਦਾਨ, ਰਣ ਤੱਤਾ ਜਿਹਨੂੰ ਕਿਹਾ ਜਾਂਦਾ ਹੈ, ਰਣ ਤੱਤੇ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਮੰਨ ਲਓ ਦੁਸ਼ਮਣਾਂ ਨੇ ਚਾਰੋਂ ਪਾਸਿਓਂ ਘੇਰ ਲਿਆ ਹੋਵੇ ਇਕੱਲੇ ਨੂੰ, ਤੇ ਮਹਾਰਾਜ ਕਹਿੰਦੇ ਉਹਦੇ ਲਈ ਉਹਦੇ ਸਕੇ ਭਰਾ ਆ ਕੇ ਬਰਾਬਰ ਖੜ ਜਾਣ। ਸਭ ਤੋਂ ਵੱਡਾ ਸਹਾਰਾ ਕੌਣ ਬਣਦੇ ਆ? ਰਣ ਤੱਤੇ ਦੇ ਵਿੱਚ ਸਕੇ ਭਰਾ ਬਣ ਸਕਦੇ ਆ, ਸਭ ਤੋਂ ਵੱਡਾ ਸਹਾਰਾ। ਤੇ ਮਹਾਰਾਜ ਜੀ ਕਹਿੰਦੇ ਜੈਸੇ ਰਣ ਮੈਂ ਸਖਾ ਭਰਾਤ, ਸਕੇ ਭਰਾ ਜਿਵੇਂ ਰਣ ਤੱਤੇ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਮਦਦਗਾਰ ਬਣ ਜਾਂਦੇ ਆ, ਸਹਾਰਾ ਬਣ ਜਾਂਦੇ ਆ, ਦੁਨੀਆ ਦੇ ਇਸ ਮੈਦਾਨ ਦੇ ਅੰਦਰ ਪਰਮਾਤਮਾ ਦਾ ਨਾਮ ਸਹਾਰਾ ਬਣ ਜਾਂਦਾ ਹੈ। ਅਗਲੀ ਗੱਲ ਪਾਤਸ਼ਾਹ ਜੀ ਨੇ ਫਿਰ ਮਹਾਰਾਜ ਕਹਿੰਦੇ ਜੈਸੇ ਭੁੱਖੇ ਭੋਜਨ ਮਾਤ। ਮਹਾਰਾਜ ਕਹਿੰਦੇ ਜਿਵੇਂ ਭੁੱਖੇ ਨੂੰ ਭੋਜਨ ਮਿਲ ਜਾਵੇ, ਅੱਤ ਦਾ ਭੁੱਖਾ ਹੋਵੇ, ਭੁੱਖ ਨੇ ਸਤਾਇਆ ਹੋਵੇ, ਉਹ ਭੁੱਖ ਪੇਟ ਦੀ ਭੁੱਖ। ਮਹਾਰਾਜ ਕਹਿੰਦੇ ਦੇਖੋ ਜਿਹਨੂੰ ਤਾਂ ਅੰਦਰ ਦੀ ਭੁੱਖ ਪੈ ਗਈ ਨਾ ਸੰਗਤ ਜੀ, ਅੰਦਰ ਦੀ ਭੁੱਖ। ਹੁਣ ਅੰਦਰ ਦੀ ਭੁੱਖ ਵੀ ਦੋ ਤਰ੍ਹਾਂ ਦੀ ਹੈ, ਇੱਕ ਤਾਂ ਲੋਭ ਰੂਪੀ ਸਵਾਨ ਦੀ ਭੁੱਖ ਹੈ, ਲੋਭ ਰੂਪੀ ਸਵਾਨ, ਸਵਾਨ ਭਾਵ ਹੁੰਦਾ ਕੁੱਤਾ। ਮਹਾਰਾਜ ਕਹਿੰਦੇ ਲੋਭ ਰੂਪੀ ਕੁੱਤਾ ਜਿਹਦੇ ਅੰਦਰ ਉੱਠ ਖੜੇ, ਇੱਕ ਤਾਂ ਉਹ ਭੁੱਖ ਹੈ, ਉਹ ਹੈ ਦੁਨਿਆਵੀ ਵਸਤੂਆਂ ਨੂੰ ਪਾਉਣ ਦੀ ਭੁੱਖ ਹੈ, ਅੰਦਰੋਂ ਹੀ ਉਹ ਵੀ ਭੁੱਖ ਅੰਦਰੋਂ ਹੀ ਆ, ਉਹ ਵੀ ਲੋਭ ਦੀ ਭੁੱਖ, ਲਾਲਚ ਦੀ ਭੁੱਖ ਉਹ ਹੈ ਅੰਦਰੋਂ ਹੀ। ਪਰ ਦੂਸਰੇ ਪਾਸੇ ਜੇਕਰ ਕਰੀਏ, ਇੱਕ ਭੁੱਖ ਹੈ ਪਰਮਾਤਮਾ ਦੇ ਨਾਮ ਦੀ ਭੁੱਖ ਹੈ, ਉਹ ਵੀ ਅੰਦਰੋਂ ਹੀ ਉੱਠਣੀ। ਮਹਾਰਾਜ ਕਹਿੰਦੇ ਇੱਕ ਹੈ ਬਾਹਰੀ ਭੁੱਖ ਜਿਹਨੂੰ ਪੇਟ ਦੀ ਭੁੱਖ ਕਿਹਾ ਜਾਂਦਾ ਹੈ। ਉਹ ਭੁੱਖ ਕਾਹਦੇ ਨਾਲ ਬੁੱਝਦੀ ਹੈ? ਦੇਖੋ ਅੰਦਰ ਦੀ ਭੁੱਖ ਦੋ ਤਰ੍ਹਾਂ ਦੀ ਹੈ, ਇੱਕ ਤਾਂ ਦੁਨਿਆਵੀ ਵਸਤੂਆਂ ਨੂੰ, ਧਨ ਦੌਲਤਾਂ ਨੂੰ ਪਾਉਣ ਦੀ ਭੁੱਖ ਹੈ, ਉਹ ਤਾਂ ਜਿੰਨਾ ਮਰਜ਼ੀ ਧਨ ਦੌਲਤ ਮਨੁੱਖ ਕੋਲੇ ਆਈ ਜਾਵੇ ਉਹ ਕਦੇ ਮਿਟਦੀ ਨਹੀਂ, ਉਹ ਕਦੇ ਮਿਟਦੀ ਨਹੀਂ, ਕਿਉਂਕਿ ਬਿਰਤੀ ਸਵਾਨ ਵਾਲੀ ਹੋ ਜਾਂਦੀ ਹੈ ਅੰਦਰੋਂ। ਇਸ ਤਰ੍ਹਾਂ ਸਵਾਨ ਭਾਵ ਕੁੱਤਾ, ਮੈਂ ਦੁਬਾਰਾ ਫਿਰ ਕਹਿ ਦੇਵਾਂ, ਬਿਰਤੀ ਅੰਦਰ ਦੀ ਜਿਹੜੀ ਉਹ ਸਵਾਨ ਲੋਭ ਲਾਲਚ ਵਾਲੀ ਬਿਰਤੀ ਆ, ਉਹ ਕੁੱਤੇ ਵਾਲੀ ਬਿਰਤੀ ਹੋ ਜਾਂਦੀ ਆ, ਕੁੱਤੇ ਨੂੰ ਰੱਜ ਨਹੀਂ ਆਉਂਦਾ ਕਦੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇੱਕ ਭੁੱਖ ਹੈ ਨਾਮ ਨੂੰ ਜਪਣ ਦੀ ਭੁੱਖ, ਅੰਦਰੋਂ ਹੀ ਉਹ ਉੱਠਣੀ ਹੈ। ਉਹ ਜਦੋਂ ਸਮਾਂ ਹੋ ਜਾਵੇਗਾ ਬਾਣੀ ਪੜ੍ਹਨ ਦਾ, ਉਹਨੇ ਅੰਦਰੋਂ ਭੁੱਖ ਨੇ ਤੜਫ ਆਉਣਾ ਹੈ, ਅੰਦਰੋਂ ਪਤਾ ਲੱਗਣਾ ਹੈ ਵੀ ਕਿਸੇ ਚੀਜ਼ ਦੀ ਭੁੱਖ ਹੈ ਅੰਦਰੋਂ, ਉਹ ਹੈ ਨਾਮ ਦੀ ਭੁੱਖ। ਉਹ ਬਾਣੀ ਪੜ੍ਹਿਆਂ ਤੋਂ, ਨਾਮ ਜਪਿਆਂ ਤੋਂ ਭੁੱਖ ਨੇ ਮਿਟਣਾ ਹੈ। ਮੈਂ ਨਾਲ ਦੀ ਨਾਲ ਬੇਨਤੀ ਕਰ ਲਵਾਂ, ਅਸੀਂ ਉਹ ਭੁੱਖ ਨੂੰ ਅੰਦਰੋਂ ਵੱਡਿਆ ਕਰਨਾ ਹੈ ਜਿਹੜੀ ਨਾਮ ਦੀ ਭੁੱਖ ਹੈ, ਉਹ ਭੁੱਖ ਨੂੰ ਵਧਾਉਣਾ ਹੈ ਜਿਹੜੀ ਭੁੱਖ ਨਾਮ ਜਪਿਆਂ ਤੋਂ ਮਿਟਦੀ ਹੈ।
ਤੇ ਇੱਕ ਭੁੱਖ ਮਹਾਰਾਜ ਜੀ ਨੇ ਬਾਹਰੀ ਭੁੱਖ ਦੀ ਗੱਲ ਕੀਤੀ, ਜਿਹਨੂੰ ਪੇਟ ਦੀ ਭੁੱਖ ਕਿਹਾ ਜਾਂਦਾ ਹੈ। ਪੇਟ ਭਰਿਓ ਪਸ਼ੂਆ ਜਿਉ ਸੋਇਓ, ਜਿਹਨੂੰ ਬਾਣੀ ਦੇ ਵਿੱਚ ਕਿਹਾ ਮਨੁੱਖ ਜਨਮ ਹੈ ਹਾਰਿਓ। ਦੇਖੋ ਇਹ ਬਿਰਤੀ ਨਹੀਂ ਰੱਖਣੀ। ਮਹਾਰਾਜ ਕਹਿੰਦੇ ਪੇਟ ਭਰ ਗਿਆ, ਪਸ਼ੂ ਵਾਲੀ ਸੌਣੀ ਸੌਂ ਗਿਆ, ਤੇ ਜਿਹੜਾ ਰੱਬ ਦਾ ਨਾਮ ਜਪਣ ਦਾ ਟਾਈਮ ਸੀ ਉਹਨੂੰ ਐਂ ਲੰਘਾ ਦਿੱਤਾ। ਨਾਮ ਕੀ ਵੇਲਾ ਪੈ ਪੈ ਸੋਇਆ। ਮਹਾਰਾਜ ਕਹਿੰਦੇ ਜਦੋਂ ਨਾਮ ਦਾ ਵੇਲਾ ਹੈ ਉਦੋਂ ਪੈ ਗਿਆ, ਸੌਂ ਗਿਆ, ਉਹ ਨਹੀਂ। ਮਹਾਰਾਜ ਜੀ ਕਹਿੰਦੇ ਨਹੀਂ ਭਲਿਆ, ਉਹ ਭੁੱਖ ਜ਼ਰੂਰ ਮਿਟਾਉਣੀ ਹੈ, ਪਰ ਕੇਵਲ ਤੇ ਕੇਵਲ ਪੇਟ ਦੀ ਭੁੱਖ ਤੱਕ ਹੀ ਸੀਮਤ ਨਹੀਂ ਰਹਿ ਜਾਣਾ। ਉਹ ਭੁੱਖ ਦਾ ਇੱਥੇ ਵਰਣਨ ਕੀਤਾ ਗੁਰੂ ਸਾਹਿਬ ਜੀ ਨੇ। ਮਹਾਰਾਜ ਜੀ ਕਹਿੰਦੇ ਜੈਸੇ ਭੁੱਖੇ ਭੋਜਨ ਮਾਤ, ਕਹਿੰਦੇ ਜਿਵੇਂ ਭੁੱਖੇ ਦੇ ਲਈ ਭੋਜਨ ਸਭ ਤੋਂ ਵੱਡਾ ਸਹਾਰਾ ਬਣ ਜਾਂਦਾ, ਸਹਾਈ ਬਣ ਜਾਂਦਾ ਹੈ, ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਮਨੁੱਖ ਦੇ ਲਈ ਸਹਾਈ ਬਣ ਜਾਂਦਾ ਹੈ। ਅਗਲੀ ਵਿਚਾਰ ਪਾਤਸ਼ਾਹ ਦੀ, ਮਹਾਰਾਜ ਜੀ ਕਹਿੰਦੇ ਜੈਸੇ ਕਿਰਖੈ ਬਰਸ ਮੇਘ, ਕਿਰਖੈ ਹੁੰਦੀ ਹੈ ਖੇਤੀ, ਮੇਘ ਹੁੰਦਾ ਬੱਦਲ। ਮਹਾਰਾਜ ਕਹਿੰਦੇ ਮੰਨ ਲਓ ਖੇਤੀ ਨੂੰ ਪਾਣੀ ਦੀ ਲੋੜ ਹੈ, ਜੈਸੇ ਕਿਰਸੈ ਬਰਸ ਮੇਘ। ਮਹਾਰਾਜ ਕਹਿੰਦੇ ਖੇਤੀ ਨੂੰ ਪਾਣੀ ਦੀ ਲੋੜ ਹੈ, ਤੇ ਅੱਤ ਦੀ ਔੜ ਲੱਗੀ ਹੋਈ ਹੈ ਪਾਣੀ ਤੋਂ ਬਿਨਾਂ। ਖੇਤੀ ਖਰਾਬ ਹੋ ਰਹੀ ਹੈ, ਮੰਨ ਲਓ ਕਹਿ ਲਈਏ ਪਾਣੀ ਤੋਂ ਬਿਨਾਂ, ਤੇ ਉਧਰੋਂ ਬੱਦਲ ਪੈ ਜਾਵੇ, ਖੇਤੀ ਉੱਜੜਦੀ ਤੇ ਬੱਦਲ ਪੈ ਜਾਵੇ, ਕਹਿਣ ਦਾ ਭਾਵ ਖਰਾਬ ਹੁੰਦੀ ਫਸਲ ਤੇ ਪਾਣੀ ਤੋਂ ਬਿਨਾਂ ਖਰਾਬ ਹੁੰਦੀ ਹੋਵੇ ਜਿਹੜੀ ਫਸਲ, ਉਹਦੇ ਤੇ ਬੱਦਲ ਪੈ ਜਾਵੇ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਸਹਾਰਾ ਉਦੋਂ ਖੇਤੀ ਦੇ ਲਈ, ਸਭ ਤੋਂ ਵੱਡਾ ਸਹਾਰਾ ਉਦੋਂ ਫਸਲ ਦੇ ਲਈ ਕੀ ਹੋਵੇਗਾ? ਪਰਮੇਸ਼ਰ ਦੇ ਵੱਲੋਂ ਕੀਤੀ ਹੋਈ ਵਰਖਾ, ਮੀਂਹ, ਬੱਦਲ ਸਭ ਤੋਂ ਵੱਡਾ ਸਹਾਰਾ ਹੋਵੇਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਮਨੁੱਖ ਦੇ ਲਈ ਐ ਸਹਾਰਾ ਬਣਦਾ ਹੈ। ਉਦਾਹਰਨਾਂ ਦਿੱਤੀਆਂ ਪਾਤਸ਼ਾਹ ਨੇ, ਕੱਲੀ ਕੱਲੀ ਉਦਾਹਰਨ। ਅੱਗੇ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਜੈਸੇ ਪਾਲਣ ਸ਼ਰਨ ਸਿੰਘ, ਸਿੰਘ ਹੁੰਦਾ ਵੈਸੇ ਬਹਾਦਰ, ਸ਼ੇਰ, ਸਿੰਘ ਸ਼ਬਦ ਵੀ ਵਰਤਿਆ ਜਾਂਦਾ। ਜਿਵੇਂ ਆਪਾਂ ਸਿੰਘ ਕਹਿ ਦਿੰਦੇ ਨਾ, ਸਿੰਘ ਦਾ ਲਫ਼ਜ਼ ਹੁੰਦਾ ਹੈ ਸ਼ੇਰ, ਬਹਾਦਰ ਵੀ ਕਹਿ ਦਿੱਤਾ ਜਾਂਦਾ, ਯੋਧਾ ਵੀ ਕਹਿ ਦਿੱਤਾ ਜਾਂਦਾ, ਵੀਰ ਵੀ ਕਹਿ ਦਿੱਤਾ ਜਾਂਦਾ, ਬੜੀ ਵੀਰਤਾ ਵਾਲਾ। ਤੇ ਮਹਾਰਾਜ ਕਹਿੰਦੇ ਮੰਨ ਲਓ ਨਿਰਬਲ ਬੰਦੇ ਲਈ, ਜਿਹਦਾ ਕੋਈ ਸਹਾਰਾ ਨਾ ਹੋਵੇ ਨਾ, ਨਿਰਬਲ ਹੋਵੇ, ਡਰ ਲੱਗਦਾ ਹੋਵੇ ਉਹਨੂੰ ਹਰ ਇੱਕ ਪਾਸਿਓਂ, ਤੇ ਮਹਾਰਾਜ ਕਹਿੰਦੇ ਉਹਦੇ ਲਈ ਬਹਾਦਰ ਉਹਦਾ ਕੋਈ ਸਹਾਰਾ ਬਣ ਜਾਵੇ, ਉਹਦਾ ਸ਼ੇਰ ਕੋਈ ਸਹਾਰਾ ਬਣ ਜਾਵੇ। ਬਹਾਦਰ ਬੰਦੇ ਦੀ ਸ਼ਰਨ ਦੇ ਵਿੱਚ ਆਇਆ, ਡਰਪੋਕ ਬੰਦੇ ਦਾ ਵੀ ਡਰ ਚੱਕਿਆ ਜਾਂਦਾ ਹੈ। ਉਹਦੇ ਲਈ ਸਭ ਤੋਂ ਵੱਡਾ ਸਹਾਰਾ ਉਦੋਂ ਕੀ ਹੋਵੇਗਾ? ਸਭ ਤੋਂ ਵੱਡਾ ਸਹਾਰਾ ਉਹ ਬਹਾਦਰ ਆਦਮੀ ਹੋਵੇਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਨੁੱਖਾ ਜੀਵਨ ਦੇ ਵਿੱਚ ਨਾਮ ਸਹਾਈ ਹੁੰਦਾ ਹੈ। ਅਗਲੀ ਗੱਲ ਮਹਾਰਾਜ ਜੀ ਕਹਿੰਦੇ ਗਰੜ ਮੁਖ ਨਹੀਂ ਸਰਪ ਤਰਾਸ। ਮਹਾਰਾਜ ਕਹਿੰਦੇ ਮੰਨ ਲਓ ਗਰੜ ਦਾ ਇੱਕ ਸ਼ਬਦ ਹੈ, ਜਿਹੜਾ ਗਰੜ ਪੁਰਾਣ ਦੇ ਵਿੱਚ ਇੱਕ ਸ਼ਬਦ ਹੈ, ਬਾਣੀ ਨੇ ਮੋੜ ਮੋੜ ਕਿਹਾ ਉਸ ਗੱਲ ਨੂੰ। ਦੇਖੋ ਗਰੜ ਸ਼ਬਦ, ਜਿਵੇਂ ਗਰੜ ਪੁਰਾਣ ਦਾ ਇੱਕ ਸ਼ਬਦ ਹੈ, ਉਹਨੂੰ ਮੂੰਹ ਦੇ ਵਿੱਚ ਰੱਖਿਆ ਜਾਵੇ, ਰਟਿਆ ਜਾਵੇ ਬਾਰ-ਬਾਰ, ਤੇ ਸੱਪ ਤੋਂ ਡਰ ਨਹੀਂ ਲੱਗਦਾ। ਮਹਾਰਾਜ ਕਹਿੰਦੇ ਗਰੜ ਮੁਖ ਨਹੀਂ ਸਰਪ ਤਰਾਸ, ਸੱਪ ਤੋਂ ਡਰ ਨਹੀਂ ਲੱਗਦਾ ਗਰੜ ਦਾ ਸ਼ਬਦ ਮੂੰਹ ਵਿੱਚ ਰੱਖਣ ਵਾਲੇ ਦੇ ਲਈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਰੱਬ ਦਾ ਨਾਮ ਮੂੰਹ ਦੇ ਵਿੱਚ ਰੱਖਿਆ ਹੋਵੇ ਤਾਂ ਦੁਨੀਆ ਦੇ ਆ ਭੈੜੇ ਆਚਰਣ ਤੋਂ, ਦੁਨੀਆ ਦੇ ਵਿੱਚ ਵਿਚਰਨ ਤੋਂ ਮਨੁੱਖ ਨੂੰ ਡਰ ਨਹੀਂ ਲੱਗਦਾ। ਫਿਰ ਆ ਚੀਜ਼ਾਂ ਦੁਨੀਆਦਾਰੀ ਦੀਆਂ ਮਨੁੱਖ ਨੂੰ ਸਤਾ ਨਹੀਂ ਸਕਦੀਆਂ। ਜਿਹਨੂੰ ਸੁਖਮਣੀ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਨੇ ਕਹਿ ਦਿੱਤਾ, ਕਹਿੰਦੇ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਭੀ ਨਾ ਦੇ 10 ਭੀ ਹਿਰਲੇ ਤੋ ਮੂੜਾ, ਕਹੋ ਕਹਾਂ ਕਰੇ। ਮਹਾਰਾਜ ਕਹਿੰਦੇ ਇੱਕ ਵਸਤੂ ਦੇ ਲਈ 10 ਦਿੱਤੀਆਂ ਨੂੰ ਵੀ ਪਿੱਛੇ ਕਰ ਦਿੰਦਾ ਰੱਬ ਦੀਆਂ ਨੂੰ। ਰੱਬ ਦਾਤਾਂ ਦਿੰਦਾ ਮਨੁੱਖਾਂ ਨੂੰ, ਜੀਵਾਂ ਨੂੰ, ਪਰ ਮਨੁੱਖ ਦਾ ਕਰਮ ਇਹੋ ਜਿਹਾ ਹੈ। ਮਹਾਰਾਜ ਕਹਿੰਦੇ 10 ਵਸਤੂ ਲੈ ਪਾਛੈ ਪਾਵੈ, ਉਹਨਾਂ ਨੂੰ ਪਿੱਛੇ ਕਰ ਲੈਂਦਾ। ਏਕ ਵਸਤ ਕਾਰਨ ਵਿਖੋਟ ਗਵਾਵੈ, ਇੱਕ ਵਸਤੂ ਰੱਬ ਨਾ ਦੇਵੇ, ਮੰਨ ਲਓ ਉਹਨੂੰ ਚੰਗਾ ਨਹੀਂ ਲੱਗਦਾ, ਉਹ ਨਹੀਂ ਦਿੰਦਾ, ਉਹਨੂੰ ਆਪਦੀ ਰਜਾ ਦੇ ਵਿੱਚ ਰਾਜੀ ਹੈ, ਉਹਨੂੰ ਪਤਾ ਹੈ ਇਹਦੇ ਲਈ ਇਹ ਵਸਤੂ ਖਤਰਨਾਕ ਹੋ ਸਕਦੀ ਹੈ, ਇਹਨੂੰ ਜੇ ਆਹ ਚੀਜ਼ ਜਿਹੜੀ ਦੀ ਇਹ ਮੰਗ ਕਰ ਰਿਹਾ, ਜੇ ਮੈਂ ਇਹਨੂੰ ਦੇ ਦੇਵਾਂਗਾ ਇਹਨੂੰ ਨੁਕਸਾਨਦੇਹ ਹੋ ਸਕਦੀ ਹੈ ਇਹ ਚੀਜ਼। ਉਹ ਜਾਣਦਾ ਹੈ ਪਰਮਾਤਮਾ, ਅਸੀਂ ਨਹੀਂ ਉਹਨਾਂ ਗੱਲਾਂ ਨੂੰ ਜਾਣਦੇ। ਮੰਨ ਲਓ ਉਹ ਵਸਤੂ ਰੱਬ ਸਾਨੂੰ ਨਹੀਂ ਦਿੰਦਾ, ਤੇ ਮਹਾਰਾਜ ਜੀ ਅੱਗੇ ਕੀ ਕਹਿੰਦੇ? ਕਹਿੰਦੇ 10 ਵਸਤੂ ਲੈ ਪਾਛੈ ਪਾਵੈ, ਜਿਹੜੀਆਂ ਪਹਿਲਾਂ ਵਾਲੀਆਂ 10 ਦਿੱਤੀਆਂ ਉਹਨਾਂ ਨੂੰ ਤਾਂ ਪਿੱਛੇ ਕਰ ਲਿਆ,
ਏਕ ਬਸਤ ਕਾਰਨ ਵਿਖੋਟ ਗਵਾਵੈ। ਇੱਕ ਦੇ ਨਾਲ ਹੀ ਜੇ ਨਾ ਦਿੱਤੀ ਤਾਂ ਖੋਟਾ ਹੋ ਜਾਂਦਾ ਮਨੁੱਖ। ਏਕ ਬਸਤ ਕਾਰਨ ਵਿਖੋਟ ਗਵਾਵੈ। ਫਿਰ ਅੱਗੋਂ ਕਹਿੰਦੇ ਮਹਾਰਾਜ ਕਹਿੰਦੇ ਏਕ ਭੀ ਨਾ ਦੇ, ਜਿਹੜੀ ਮੰਗੀ ਹੈ ਜੇ ਉਹ ਵੀ ਨਾ ਦੇਵੇ, ਤੇ 10 ਭੀ ਹਿਰਲੇ, ਜਿਹੜੀਆਂ ਪਹਿਲਾਂ ਵਾਲੀਆਂ 10 ਦਿੱਤੀਆਂ ਉਹ ਵੀ ਖੋਲੇ। ਹਿਰਲੇ ਦਾ ਮਤਲਬ ਹੁੰਦਾ ਖੋਹ ਲੈਣਾ। ਮੰਨ ਲਓ ਮਹਾਰਾਜ ਉਹ 10 ਵੀ ਖੋਹ ਲਵੇ ਜਿਹੜੀਆਂ ਪਹਿਲਾਂ 10 ਦਿੱਤੀਆਂ ਦਾਤਾਂ ਹੈ, ਤੇ ਕਹਿੰਦੇ ਕਹੋ ਮੂੜਾ ਕਹੋ ਕਹਾਂ ਕਰੇ। ਕਹਿੰਦੇ ਮੂਰਖਾ ਫਿਰ ਰੱਬ ਦਾ ਕੀ ਵਿਗਾੜ ਲਵੇਂਗਾ, ਫਿਰ ਕੁਝ ਕਰ ਲਵੇਂਗਾ ਰੱਬ ਦਾ ਜੇ ਪਹਿਲਾਂ ਵਾਲੀਆਂ 10 ਵੀ ਲੈ ਲਿਓ। ਇਸੇ ਤਰ੍ਹਾਂ ਸਮਝਣਾ ਮਨੁੱਖ ਨੇ, ਉਹ ਅੰਦਰ ਦੀ ਤੜਫ ਹੈ, ਅੰਦਰ ਦੀ ਭੁੱਖ ਹੈ, ਜਿਹੜੀਆਂ ਰੱਬ ਤੋਂ ਦੁਨਿਆਵੀ ਚੀਜ਼ਾਂ ਮੰਗਣ ਵਾਸਤੇ ਤੜਫਦੇ ਫਿਰਦੇ ਆ। ਮਹਾਰਾਜ ਜੀ ਕਹਿੰਦੇ ਭਾਈ ਗਰਣ ਮੁਖ ਨਹੀਂ ਸਰਪ ਤਰਾਸ, ਸੂਆ ਪਿੰਜਰ ਨਹੀਂ ਖਾਏ ਵਿਲਾਸ। ਸੂਆ ਦੇ ਭਾਵ ਹੈ ਤੋਤਾ, ਇੱਥੇ ਅਰਥ ਨੂੰ ਸਮਝਿਓ। ਸੂਆ ਭਾਵ ਤੋਤਾ, ਪਿੰਜਰ ਭਾਵ ਪਿੰਜਰਾ, ਨਹੀਂ ਖਾਏ ਦਾ ਭਾਵ ਖਾ ਜਾਣਾ, ਬਿਲਾਸ ਭਾਵ ਬਿੱਲਾ। ਕੱਲੀ ਕੱਲੀ ਸ਼ਬਦ ਦਾ ਜਦੋਂ ਅਰਥ ਕਰਦੇ ਆ ਉਦੋਂ ਸਮਝ ਪੈ ਜਾਂਦੀ ਆ। ਦੇਖੋ ਮੈਂ ਰੋਜ਼ ਹਰੇਕ ਸਟੇਜ ਤੋਂ ਇਹ ਬੇਨਤੀ ਕਰਦਾ ਸੰਗਤ ਦੇ ਚਰਨਾਂ ਦੇ ਵਿੱਚ ਵੀ ਗੁਰੂ ਪਾਤਸ਼ਾਹ ਜੀ ਨਾਲ ਗੱਲਾਂ ਕਰਿਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਨਾਲ। ਸ਼ਬਦ ਇੱਕੋ ਹੀ ਲੈ ਲਿਆ ਕਰੋ ਭਾਵੇਂ ਰੋਜ਼, ਪਰ ਗੁਰੂ ਸਾਹਿਬ ਜੀ ਨਾਲ ਗੱਲਾਂ ਕਰਕੇ ਦੇਖੋ, ਆਨੰਦ ਦੇਖੋ ਵੱਜਦਾ ਮਨ ਦੇ ਅੰਦਰ। ਜਿੰਨਾ ਚਿਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਗੱਲਾਂ ਨਹੀਂ ਨਾ ਕਰਦੇ ਸੰਗਤ ਜੀ, ਉਹਨਾਂ ਚਿਰ ਮਨ ਦੇ ਵਿੱਚ ਆਨੰਦ ਵੀ ਨਹੀਂ ਵੱਜਦਾ। ਆਪਾਂ ਕੀ ਹੈ, ਗੁਰਬਾਣੀ ਜ਼ਰੂਰ ਪੜ੍ਹਦੇ ਹਾਂ ਸਾਰੀ ਸਤਿਕਾਰਯੋਗ ਸੰਗਤ, ਬੜੀਆਂ ਸੰਗਤਾਂ ਵਿੱਚ ਬੈਠੀਆਂ ਜਿਹੜੀਆਂ ਬਾਣੀ ਪੜ੍ਹਨ ਵਾਲੀਆਂ ਨੇ, ਪਰ ਬਾਣੀ ਨੂੰ ਇਕੱਲਾ ਪੜ੍ਹ ਕੇ ਉੱਪਰ ਦੀ ਟੱਪਦੇ ਹਾਂ। ਜਦੋਂ ਉਸ ਸ਼ਬਦ ਦੇ ਅੰਦਰ ਉਤਰ ਕੇ ਦੇਖਾਂਗੇ ਨਾ, ਅੰਦਰ ਉਤਰ ਕੇ, ਉਸ ਟਾਈਮ 'ਤੇ ਸਾਨੂੰ ਸਮਝ ਪੈਂਦੀ ਹੈ। ਦੇਖੋ ਜਪਜੀ ਸਾਹਿਬ ਦੇ ਵਿੱਚ ਵੀ ਬਹੁਤੇ ਸ਼ਬਦ ਇੱਦਾਂ ਦੇ ਆ ਜਿਹੜੇ ਸਾਨੂੰ ਸਮਝ ਦੇ ਵਿੱਚ ਨਹੀਂ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸਮਝਾਂਗੇ ਨਾ, ਸਮਝਣ ਦੀ ਕੋਸ਼ਿਸ਼ ਕਰਾਂਗੇ, ਅਰਥ ਦੇਖਾਂਗੇ ਇਸ ਚੀਜ਼ ਦਾ ਅਰਥ ਕੀ ਬਣਦਾ ਹੈ, ਉਦੋਂ ਸਮਝ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਗੁਰਬਾਣੀ ਦੀ ਸਮਝ ਆਉਣ ਲੱਗ ਪਈ। ਇੱਥੇ ਸ਼ਬਦ ਵਰਤਿਆ ਮਹਾਰਾਜ ਜੀ ਨੇ, ਸੂਆ ਪਿੰਜਰ ਨਹੀਂ ਖਾਏ ਵਿਲਾਸ। ਕਹਿੰਦੇ ਪਿੰਜਰੇ ਦੇ ਵਿੱਚ ਬੈਠੇ ਹੋਏ ਤੋਤੇ ਨੂੰ ਜਿਵੇਂ ਬਿੱਲਾ ਨਹੀਂ ਖਾ ਸਕਦਾ, ਉਹਦੇ ਲਈ ਸਭ ਤੋਂ ਵੱਡਾ ਸਹਾਰਾ ਕੀ ਹੈ? ਤੋਤੇ ਦੇ ਲਈ ਪਿੰਜਰਾ ਹੀ ਸਭ ਤੋਂ ਵੱਡਾ ਸਹਾਰਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਨੁੱਖ ਦੁਨੀਆ ਦੇ ਵਿੱਚੋਂ ਭਾਵੇਂ ਵਿਚਰਦਾ ਹੈ, ਜੇਕਰ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ, ਤਾਂ ਨਾਮ ਜਪਦਿਆਂ ਉਹਦੇ ਲਈ ਨਾਮ ਰੂਪੀ ਪਿੰਜਰੇ ਨੇ ਇਹੋ ਜਿਹੀ ਸਹਾਇਤਾ ਕਰਨੀ ਹੈ, ਉਹਨੂੰ ਦੁਨੀਆਦਾਰੀ ਨਹੀਂ ਕਦੇ ਖਾ ਸਕਦੀ। ਸੂਆ ਪਿੰਜਰ ਨਹੀਂ ਖਾਏ ਵਿਲਾਸ। ਅੱਗੇ ਮਹਾਰਾਜ ਜੀ ਕਹਿੰਦੇ ਜੈਸੋ ਆਂਡੋ ਹਿਰਦੇ ਮਾਹੇ। ਕਹਿੰਦੇ ਜਿਵੇਂ ਕੂੰਜ ਹੁੰਦੀ ਹੈ ਨਾ, ਊਡੈ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ। ਪਰ ਰਹਿਰਾ ਸਾਹਿਬ ਜੀ ਦੇ ਵਿੱਚ ਵੀ ਪੜ੍ਹਦੇ ਆ, ਦੇਖੋ ਊਡੈ ਊੜ ਆਵੈ ਸਹਿ ਕੋਸਾਂ, ਕੋਸਾਂ ਭਾਵ ਕੂੰਜਾਂ। ਮਹਾਰਾਜ ਕਹਿੰਦੇ ਉੱਡ ਕੇ ਆ ਜਾਂਦੀਆਂ ਦੂਜੇ ਦੇਸ਼ ਤੋਂ ਆਪਣੇ ਦੇਸ਼ ਵੱਲ ਨੂੰ ਕਹਿ ਲਈਏ। ਊਡੈ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ। ਬੱਚੇ ਕਿੱਥੇ ਛੱਡੇ ਆਈਆਂ? ਮਹਾਰਾਜ ਕਹਿੰਦੇ ਪਿੱਛੇ ਛੱਡੇ ਆਈਆਂ ਜਿੱਥੋਂ ਆਈਆਂ, ਜਿਹੜੇ ਦੇਸ਼ੋਂ। ਕੂੰਜ ਇੱਕ ਇਹੋ ਜਿਹਾ ਜਾਨਵਰ ਹੈ ਪਰਮਾਤਮਾ ਦਾ ਬਣਾਇਆ ਹੋਇਆ, ਉਹ ਆਪਦੇ ਆਂਡੇ ਉਸ ਦੇਸ਼ ਛੱਡੇ ਆਈਆਂ ਜਿਹੜੇ ਦੇਸ਼ ਤੋਂ ਉਡਾਰੀ ਭਰੀ ਆਪਣੇ ਦੇਸ਼ ਵੱਲ। ਬਗਾਨੇ ਦੇਸ਼ ਦੀ ਗੱਲ ਕਰ ਲਈਏ, ਹੋਰ ਜਗ੍ਹਾ 'ਤੇ ਆਪਦੇ ਆਂਡੇ ਛੱਡ ਕੇ ਆ ਗਈਆਂ। ਪਰ ਮਹਾਰਾਜ ਜੀ ਕਹਿੰਦੇ ਅਗਲਾ ਵਚਨ ਸਤਿਗੁਰਾਂ ਦਾ ਪੜ੍ਹੀਏ, ਊਡੈ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ। ਸਤਿਗੁਰੂ ਕਹਿੰਦੇ ਆਹ ਗੱਲ ਨੂੰ ਸਮਝ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ। ਉੱਥੇ ਉਹਨਾਂ ਨੂੰ ਪਾਲਦਾ ਕੌਣ ਹੈ? ਉਹਨਾਂ ਨੂੰ ਖਵਾਉਂਦਾ ਕੌਣ ਹੈ? ਉਹਨਾਂ ਨੂੰ ਚੋਗਾ ਕੌਣ ਦਿੰਦਾ ਹੈ? ਤਿੰਨ ਕਵਣ ਖਿਲਾਵੈ ਕਵਣ ਚੁਗਾਵੈ। ਅੱਗੋਂ ਮਹਾਰਾਜ ਜੀ ਕਹਿੰਦੇ ਮਨ ਮਹਿ ਸਿਮਰਨ ਕਰਿਆ। ਉਹਨਾਂ ਦੇ ਕੂੰਜ ਦੇ ਮਨ ਦੇ ਵਿੱਚ ਹੀ ਇੰਨੀ ਮਮਤਾ ਹੈ, ਇੰਨਾ ਲਾਡ ਹੈ ਆਪਦੇ ਬੱਚਿਆਂ ਦੇ ਪ੍ਰਤੀ। ਉਹ ਭਾਵੇਂ ਦੂਜੇ ਦੇਸ਼ ਦੀ ਉਡਾਰੀ ਭਰ ਲੈਂਦੀਆਂ, ਪਰ ਮਨ ਜਿਹੜਾ ਹੈ ਉਹ ਬੱਚਿਆਂ ਦੇ ਵਿੱਚ ਹੀ ਰਹਿੰਦਾ ਹੈ। ਮਨ ਜਿਹੜਾ ਹੈ ਉਹ ਬੱਚਿਆਂ ਨਾਲ ਜੁੜਿਆ ਹੈ। ਉਹ ਆਪ ਦੀ ਛਕੀ ਖੁਰਾਕ ਪਰਮਾਤਮਾ ਵੱਲੋਂ ਐਡੀ ਕਿਰਪਾ ਹੁੰਦੀ ਹੈ, ਮਨ ਦੇ ਰਾਹੀਂ ਹੀ ਬੱਚਿਆਂ ਨੂੰ ਪਹੁੰਚ ਜਾਂਦੀ ਹੈ। ਗੁਰਬਾਣੀ ਦੇ ਅਰਥਾਂ ਦੇ ਮੁਤਾਬਕ ਸਤਿਗੁਰੂ ਜੀ ਕਹਿੰਦੇ ਉਹਦੀ ਮਨ ਦੀ ਇੰਨੀ ਮਮਤਾ ਮਿੱਠੀ ਹੈ, ਉਹਦੇ ਮਨ ਦੀ ਜਿਹੜੀ ਖਿੱਚ ਹੈ ਉਹਦੇ ਬੱਚਿਆਂ ਵੱਲ ਇੰਨੀ ਗੰਭੀਰਤਾ ਡੂੰਘਾਈ ਦੇ ਨਾਲ ਹੈ। ਮਹਾਰਾਜ ਜੀ ਕਹਿੰਦੇ ਉਹਦੇ ਮਨ ਦੇ ਨਾਲ ਹੀ ਬੱਚਿਆਂ ਨੂੰ ਖੁਰਾਕ ਪਹੁੰਚ ਜਾਂਦੀ ਹੈ।
तिस तिन कवन खिलावै कवन चुगावै मन मैं सिमरन करिया। इसे तरह सतगुरां ने इत्थे वो शब्द वरत्या कूंजां दे प्रति, जैसो आंडो हिरदे माहे। महाराज कहते जिमें आंडियां दे प्रति कूंज दा प्यार है ना, ममता है, इसे तरह परमात्मा दे नाम दा प्यार आपदे गुरमुखां दे नाल है। जिहड़े गुरमुख परमात्मा दे नाम नूं जपदे है ना संगत जी, जिहड़े प्राणी रब दा नाम जपदे है, जिहड़े प्राणी रब दे नाम दे नाल जुड़ना करदे है, सतगुरु जी कहंदे उन्हां दे नाल परमात्मा दा प्यार कूंज वाला प्यार है। फिर अग्गों महाराज जी कहंदे जैसो आंडो हिरदे माहे, जैसो दानो चक्की दराहे। इत्थे थोड़ी जी गल आप सियाणियां संगतां बैठे हो, सियाणी उम्र दे विच वीर भैणां बैठे आ संगत दे विच, एक ये शब्द नूं समझिओ, जैसो दानो चक्की दराहे। समझ गए होवोगे वैसे तो एक पुराने समय दे विच हत्थ नाल फेरन वाली चक्की वरती जाती सी। अजकल तो चलो बिजली का आ गया सिस्टम सारा, तो बिजली दे नाल मशीनरी युग आ गया कह लईए, उस हिसाब नाल बदल गया सारा कुछ। पर पुराने समयां दे विच अन्न जिहड़ा पीहिया जांदा सी, आटा पीसण वास्ते चक्की की वरतों की जाती सी। बीबियां हत्थ नाल चक्की चलाउंदियां हुंदियां, उहदे विचकार एक किल्ली लगी हुंदी सी, जिहदे ऐ कह लईए सहारे ते विचाले धुरा कह लईए उहनूं, उहदे पासी पत्थर घुकदा सी उपरला, ते उह चक्की दे उस किल्ली दे नाल दाणे पाए जांदे सी मुट्ठी भर भर के। हुण जिन्ने दाणे तां मुट्ठी दे विचों निकल के पत्थरां दे विचकार चले गए, उन्निਆਂ ਨੂੰ ਤਾਂ पी के चक्की ने आटा बना देना है, तो निकल जाना उन्होंने आटा बन के बाहर। पर महाराज कहते जेड़े दाने मुट्ठी दे विचों तां निकल गए, पर किल्ली दे नाल लग के खड़ गए। हुण जिन्ना चिर उन्होंने हत्थ मार के पत्थरां दे विच नहीं दिता जाता, उन्ना चिर वो दाने पीसे नहीं जाते। इसे तरह महाराज जी कहते ऐ समझ लीए दाने जेड़े किल्ली नाल लगे आ, उन्हां लई सब तो वड्डा सहारा की बनिया, जैसो दानो चक्की दराहे। किल्ली दे नाल लगे हुए दाणियां लई सब तो वड्डा सहारा चक्की दे विचकार लगी हुई किल्ली है उस टाइम ते। इसे तरह महाराज कहंदे दुनियादारी दी जिहड़ी आ अग है ना, आ सेक है, आ जिहड़ा चक्की चलदी आ दुनियादारी दी, इहदे विच पीसणा बड़ियां ने जाना है, पर जिहड़े परमात्मा रूपी नाम रूपी किल्ली दे नाल लग के रह जांदे आ, वो बच जाते हैं इस चक्की दे विच पीसण तो। गुरु जी ने उदाहरण दित्तियां संगत जी, हर एक गल की उदाहरण दे के समझाया। महाराज कहते जैसो दानो चक्की दराहे। महाराज कहते जिवें चक्की दे किल्ली दे नाल दाणे लग के पीसण तो बच जाते आ, भलिया तू गुरु घर दे नाल जुड़, गुरु नानक पातशाह जी दे नाल, परमेश्वर परमात्मा की बाणी दे नाल जुड़। परमात्मा की बाणी गुरु ग्रंथ साहिब महाराज जी की बाणी तेरे नाल किल्ली दे रूप दे विच सहायता करेगी, तैनूं नाल ला के बचा लवेगी। फिर अगे महाराज जी कहंदे बहुत उपमा थोर करी। कहंदे महाराज तेरी उपमा जिन्नी मर्जी करी जावां थोड़ी है, उदाहरणां होर भी बड़ियां। गुरु अर्जन देव जी कहंदे उदाहरणां होर भी बड़ियां, मैं जिन्नियां मर्जी उदाहरणां देई जावां महाराज, तेरी उपमा जिन्नी मर्जी करी जावां थोड़ी है, तेरी बड़ियाई कीती नहीं जा सकती। जिवें एक शब्द दे विच महाराज जी ने कहा ना, जिहबा एक कावन गुण कही है, बेसमार बेअंत स्वामी तेरो अंत ना कि नहीं लही है। महाराज तेरे तां गुण ही इन्ने एक जीव नाल बयान नहीं कर सकदा मनुख। एक जीव दे नाल लखां जीवां भी होण ना एक शरीर दे कोल, तां भी तेरे गुणां नूं बयान नहीं कर सकदा मैं। इस तरह गुरु जी की बाणी, गुरु का नाम, परमेश्वर की भजन बंदगी मनुख दे लई सहायता करती है। जरूरी है करनी, बंदगी करनी, नाम जपना मनुख दे लई जरूरी है। महाराज जी का शब्द पढ़िया करिए। महाराज कहते बंदा होए, हुण बंदा होवे मान लो जिहड़ा आपां सारे कहने ना जी मैं तो बंदा, जिवें गुरु गोबिंद सिंह साहब महाराज जी नूं कहा सी बाबा बंदा सिंह बहादुर जी ने, कहंदे महाराज कहंदे तू कौन है? कहना जी मैं बंदा। तो गुरु गोबिंद सिंह महाराज जी कहंदे कहंदे किहदा बंदा? कहना जी मैं गुरु दा बंदा। गुरु गोबिंद सिंह महाराज जी नूं कहंदा तुहाडा बंदा। तो सतगुरां ने अगला वचन कहा सी, कहंदे फिर जे बंदा है तो बंदियां वाले काम कर भाई,
ਜੇ ਤੂੰ ਬੰਦਾ ਕਹਾਉਂਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਿਉਂ ਨਹੀਂ ਕਰਦਾ? ਫਿਰ ਕੰਮ ਕਿਉਂ ਗਲਤ ਕਰਦਾ? ਪਸ਼ੂਆਂ ਵਾਲੇ ਕੰਮਾਂ 'ਚ ਕਿਉਂ ਪਿਆ ਹੋਇਆ? ਫਿਰ ਮਹਾਰਾਜ ਜੀ ਨੇ ਉਹਨੂੰ ਜੀਵਨ ਹੀ ਬਦਲ ਦਿੱਤਾ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ। ਮਾਧੋ ਦਾਸ ਬੈਰਾਗੀ ਜਿਨ੍ਹਾਂ ਦਾ ਪਹਿਲਾ ਨਾਮ ਸੀ, ਸਾਧੂ ਮੱਤ ਦੇ ਵਿੱਚ ਪਏ ਹੋਏ ਸੀ, ਜੋਗੀ ਮੱਤ ਦੇ ਵਿੱਚ ਪਏ ਸੀ, ਤੰਤਰਾਂ ਮੰਤਰਾਂ ਜੰਤਰਾਂ ਦੇ ਵਿੱਚ ਉਲਝੇ ਹੋਏ ਸੀ, ਜਿਹੜੇ ਰਿੱਧੀਆਂ ਸਿੱਧੀਆਂ ਦੀ ਦੁਰਵਰਤੋਂ ਕਰਦੇ ਸੀ। ਕਹਿ ਲਈਏ ਰਿੱਧੀਆਂ ਸਿੱਧੀਆਂ ਦੇ ਮਾਲਕ ਸੀ ਬਾਬਾ ਬੰਦਾ ਸਿੰਘ ਬਹਾਦਰ, ਨਾਮ ਜਪ ਜਪ ਕੇ। ਕਿਉਂਕਿ ਸੁਭਾਵਿਕ ਜੀ ਗੱਲ ਹੈ, ਗੁਰਬਾਣੀ ਵਿੱਚ ਲਿਖਿਆ ਹੈ ਵੀ ਰਿੱਧੀਆਂ ਸਿੱਧੀਆਂ ਨਾਮ ਜਪਣ ਵਾਲੇ ਦੇ ਅੱਗੇ ਪਿੱਛੇ ਦੌੜਨ ਲੱਗ ਜਾਂਦੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਹਰੀ ਦਾ ਨਾਮ ਆਪਦੇ ਹਿਰਦੇ 'ਚ ਪੱਕਾ ਕਰ ਲੈਂਦਾ, ਰਿੱਧੀਆਂ ਸਿੱਧੀਆਂ ਉਹਦੇ ਕੋਲ ਆਉਣੀਆਂ ਸੁਭਾਵਿਕ ਜੀ ਗੱਲ ਹੈ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਕੋਲ ਰਿੱਧੀਆਂ ਸਿੱਧੀਆਂ ਸੀ, ਪਰ ਉਹਨਾਂ ਦੀ ਦੁਰਵਰਤੋਂ ਕਰ ਰਹੇ ਸੀ ਯੋਗ ਮੱਤ ਦੇ ਵਿੱਚ ਹੋਣ ਦਾ ਕਰਕੇ, ਜੋਗੀ ਦੇ ਰੂਪ ਦੇ ਵਿੱਚ, ਮਾਧੋ ਦਾਸ ਬੈਰਾਗੀ ਦੇ ਰੂਪ ਦੇ ਵਿੱਚ। ਫਿਰ ਉਹੀ ਰਿੱਧੀਆਂ ਸਿੱਧੀਆਂ ਦੀ ਵਰਤੋਂ ਸਹੀ ਢੰਗ ਨਾਲ ਕਰ ਲਈ। ਕਦੋਂ? ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਹਿਮਤ ਕਿਰਪਾ ਹੋ ਗਈ, ਜਦੋਂ ਦਇਆ ਕਰ ਦਿੱਤੀ ਗੁਰੂ ਪਾਤਸ਼ਾਹ ਜੀ ਨੇ, ਫਿਰ ਉਹੀ ਮਾਧੋ ਦਾਸ ਬੈਰਾਗੀ ਅੰਮ੍ਰਿਤ ਦੀ ਦਾਤ ਲੈ ਕੇ ਬੰਦਾ ਸਿੰਘ ਬਹਾਦਰ ਬਣਿਆ। ਤੇ ਸੰਗਤ ਜੀ, ਫਿਰ ਆਪ ਜੀ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੋਂ ਜਾਣੂ ਹੋ। ਦਿੱਲੀ ਤੋਂ ਲੈ ਕੇ ਲਾਹੌਰ ਤੱਕ ਫਤਿਹ ਕਰ ਲਈ ਸੀ। ਦਿੱਲੀ ਤੋਂ ਲੈ ਕੇ ਲਾਹੌਰ ਤੱਕ ਫਤਿਹ ਕਰ ਦਿੱਤੀ ਸੀ ਸਾਰੇ, ਇੱਟ ਨਾਲ ਇੱਟ ਖੜਕਾਤੀ ਸੀ ਮੁਗਲ ਰਾਜ ਦੀ। ਕੋਈ ਵੀ ਕਿਸੇ ਤਖਤ ਤੇ ਬੈਠਾ ਮੁਗਲ ਰਾਜਾ ਨਹੀਂ ਛੱਡਿਆ ਸੀ, ਇੰਨੀ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਉਹੀ ਮੁਗਲ ਰਾਜ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹਿਲਾਉਣ ਵਾਲਾ ਨਹੀਂ ਭਾਰਤ ਦੇ ਵਿੱਚੋਂ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਇੰਨੀ ਸੰਗਤ ਜੁੜੀ, ਆਪਣੇ ਵਰਗੇ ਸਧਾਰਨ ਲੋਕ ਹੀ, ਆਮ ਲੋਕ ਹੀ ਤੁਰੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੋਢੇ ਨਾਲ ਮੋਢਾ ਲਾ ਕੇ। ਤੇ ਇੱਕ ਦਿਨ ਦੇਖੋ ਵਿਜੈ ਪ੍ਰਾਪਤ ਕਰ ਲਈ ਸੀ, ਪਾਵਰ ਇੰਨੀ ਗੁਰੂ ਨੇ ਬਖਸ਼ੀ, ਸ਼ਕਤੀ ਇੰਨੀ ਬਖਸ਼ੀ, ਉਹਨਾਂ ਰਿੱਧੀਆਂ ਸਿੱਧੀਆਂ ਦੀ ਸਹੀ ਵਰਤੋਂ ਹੋ ਗਈ ਤੇ ਜ਼ੁਲਮ ਕਰਨ ਵਾਲਿਆਂ ਨੂੰ ਜ਼ੁਲਮ ਦੀ ਸਜ਼ਾ ਦਿੱਤੀ ਗਈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਜਿਨ੍ਹਾਂ ਤੇ ਕਿਰਪਾ ਕਰਦਾ ਹੈ, ਤੇ ਬਾਣੀ ਦੇ ਵਿੱਚ ਕਿਹਾ ਬੰਦਾ ਹੋਏ ਸੋ ਬੰਦਗੀ ਹੈ। ਬੰਦੇ ਦਾ ਕਰਮ ਹੈ ਬੰਦਗੀ ਕਰਨੀ, ਭਜਨ ਕਰਨਾ, ਰੱਬ ਦਾ ਨਾਮ ਜਪਣਾ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ। ਤੇ ਜਿੱਥੋਂ ਮਰਜੀ ਸ਼ਬਦ ਲੈ ਲਈਏ, ਹੁਣ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੀ ਮੈਂ ਸ਼ਬਦ ਬਹੁਤ ਵਾਰ ਆਪ ਜੀ ਦੇ ਨਾਲ ਸਾਂਝਾ ਕੀਤਾ। ਮਹਾਰਾਜ ਜੀ ਕੀ ਕਹਿੰਦੇ ਹੁੰਦੇ ਆ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਇਹ ਵੀ ਬੰਦਿਆਂ ਵਾਲੇ ਕੰਮ ਹੀ ਆ ਜੀ, ਜਿਹੜੇ ਸਿੱਖ ਨੇ ਗੁਰੂ ਪਾਤਸ਼ਾਹ ਦੇ ਕਹਾਉਂਦੇ ਆਪਾਂ ਸਾਰੇ। ਗੁਰੂ ਪਾਤਸ਼ਾਹ ਕਹਿੰਦੇ ਬੰਦਿਆਂ ਵਾਲੇ ਕੰਮ ਫਿਰ ਆਹ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਹਰੀ ਦਾ ਨਾਮ ਤੇ ਆਇਆ ਕਰ ਉੱਠ ਕੇ, ਅੰਮ੍ਰਿਤ ਵੇਲੇ ਭਲਕਾ ਸਮਾਂ ਸਾਂਭਿਆ ਕਰ, ਸਵੇਰ ਵੇਲੇ, ਲੌਡੇ ਵੇਲੇ, ਜਿਹਨੂੰ ਕਿਹਾ ਜਾਂਦਾ ਵੱਖੋ ਵੱਖਰੀਆਂ ਬੋਲੀਆਂ ਨੇ। ਮਹਾਰਾਜ ਜੀ ਕਹਿੰਦੇ ਪਹਿਰ ਦੇ ਤੜਕੇ ਉੱਠ ਤੇ ਰੱਬ ਦੇ ਨਾਮ ਨੂੰ ਜਾਪੇ, ਬੰਦਿਆਂ ਵਾਲੇ ਕੰਮ ਨੇ। ਫਿਰ ਇੱਕ ਹੋਰ ਗੁਰੂ ਅਰਜਨ ਦੇਵ ਮਹਾਰਾਜ ਜੀ, 5ਵੇਂ ਪਾਤਸ਼ਾਹ ਦੀ ਜਵਾਨੀ ਲੈ ਲੈਂਦੇ ਆ ਸ਼ਬਦ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਜੇ ਬੰਦਿਆਂ ਵਾਲੀ ਦੇਹ ਲੈ ਕੇ ਸੰਸਾਰ ਦੇ ਵਿੱਚ ਆਇਆ ਤਾਂ ਮਹਾਰਾਜ ਜੀ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਪਰਮਾਤਮਾ ਨੂੰ ਮਿਲਣ ਦੀ ਆ ਵਾਰੀ ਮਿਲ ਗਈ, ਫਿਰ ਤੈਨੂੰ ਸਮਝ ਲਾ। ਜੇ ਬੰਦਿਆਂ ਵਾਲੀ ਮਨੁੱਖ ਵਾਲੀ ਦੇਹ ਲੈ ਕੇ ਸੰਸਾਰ 'ਚ ਆ ਗਿਆ ਤਾਂ ਸਮਝ ਤੈਨੂੰ ਪਰਮਾਤਮਾ ਨੂੰ ਮਿਲਣ ਦੀ ਵਾਰੀ ਮਿਲ ਗਈ ਇਸ ਵਾਰ। ਫਿਰ ਅੱਗੇ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਦੁਨੀਆ ਦੇ ਕੰਮ ਜਿਹੜੇ ਕਰਨ ਦੇ ਵਿੱਚ ਅਸੀਂ ਫਸੇ ਹੋਏ ਆ ਨਾ ਜੀ, ਇਕੱਲੇ ਦੁਨੀਆ ਦੇ ਕੰਮ ਹੀ। ਦੇਖੋ ਇਹ ਕੰਮ ਕਰਨੋਂ ਨਹੀਂ ਰੋਕਿਆ ਗੁਰੂ ਨਾਨਕ ਨੇ, ਹੱਥ ਨਹੀਂ ਫੜੇ ਕੰਮ ਕਰਨ ਤੋਂ ਵੀ ਦੁਨੀਆਦਾਰੀ ਦੇ ਕੰਮ ਨਾ ਕਰੋ। ਮਹਾਰਾਜ ਕਹਿੰਦੇ ਪਰ ਜੇ ਇਕੱਲੇ ਇਹਨਾਂ ਕੰਮਾਂ 'ਚ ਹੀ ਲੱਗਿਆ ਰਿਹਾ, ਫਿਰ ਪਰਮਾਤਮਾ ਨਾਲੋਂ ਦੂਰੀ ਹੈ ਤੇਰੀ ਇਸ ਜੀਵਨ 'ਚ ਵੀ ਆ ਕੇ। ਨਾਲ ਦੀ ਨਾਲ ਪਰਮਾਤਮਾ ਦੇ ਵੀ ਨੇੜੇ ਹੋਣ ਦੀ ਕੋਸ਼ਿਸ਼ ਕਰ। ਅਬਰ ਕਾਜ ਤੇਰੇ ਕਿਤੇ ਨਾ ਕਾਮ। ਅੱਗੇ ਮਹਾਰਾਜ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਬੈਠ ਕੇ ਗੁਰੂ ਨਾਲ ਜੁੜ ਕੇ, ਪਰਮੇਸ਼ਰ ਨਾਲ ਜੁੜ ਕੇ, ਪਰਮਾਤਮਾ ਨਾਲ ਜੁੜ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰ। ਭਜ ਕੇਵਲ ਨਾਮ, ਪਰਮਾਤਮਾ ਦੇ ਨਾਮ ਨੂੰ ਜਪ। ਉਹ ਨਾਮ
ਜਿਹੜੇ ਨਾਮ ਦੀਆਂ ਅੱਜ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਦੇ ਵਿੱਚੋਂ, ਸ਼ਬਦ ਦੇ ਵਿੱਚੋਂ ਉਦਾਹਰਨਾਂ ਲਈਆਂ ਵੀ ਨਾਮ ਐ ਸਹਾਈ ਹੁੰਦਾ। ਹੁਣ ਮਹਾਰਾਜ ਜੀ ਤਾਂ ਕਹਿੰਦੇ ਭਜ ਕੇਵਲ ਨਾਮ। ਹੁਣ ਨਾਮ ਕਿਹੜਾ? ਜਿਹੜਾ ਨਾਮ ਐ ਸਹਾਈ ਹੁੰਦਾ ਜਿਵੇਂ ਦੁਨੀਆ ਦੇ ਵਿੱਚ ਆਹ ਵਸਤੂਆਂ ਸਹਾਈ ਹੁੰਦੀਆਂ, ਉਦਾਹਰਨਾਂ ਜਿਹੜੀਆਂ ਆਪਾਂ ਲਈਆਂ। ਇਸੇ ਤਰ੍ਹਾਂ ਦਰਗਾਹ ਦੇ ਵਿੱਚ ਵੀ, ਦੁਨੀਆ ਦੇ ਵਿੱਚ ਵੀ ਵਿਚਰਦਿਆਂ ਮਨੁੱਖ ਦੇ ਨਾਲ ਨਾਮ ਨੇ ਐ ਸਹਾਈ ਹੋਣਾ ਭਾਈ। ਇੰਨੀਆਂ ਕੁ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਜੀ। ਕੱਲ੍ਹ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੇ ਵਿੱਚੋਂ ਅਗਲਾ ਇਤਿਹਾਸ ਸਾਂਝਾ ਕਰਾਂਗੇ। ਗੁਰੂ ਕਿਰਪਾ ਕਰੇ ਸਾਡੇ 'ਤੇ। ਸੋ ਸਤਿਗੁਰੂ ਜੀ ਰਹਿਮਤ ਕਰਨ ਸਾਰੀਆਂ ਸੰਗਤਾਂ ਨੂੰ, ਨਾਮਦਾਨ ਦੀ ਦਾਤ ਗੁਰਸਿੱਖੀ ਜੀਵਨ ਝੋਲੀ ਦੇ ਵਿੱਚ ਪਾਉਣ ਸਭਨਾਂ ਦੇ। ਇੰਨੀਆਂ ਕੁ ਬੇਨਤੀਆਂ ਆਪ ਸੰਗਤ ਪ੍ਰਵਾਨ ਕਰਿਓ। ਬੋਲਦਿਆਂ ਤੋਂ ਬੜੀਆਂ ਤਰੁੱਟੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਆਪ ਜੀ ਅਣਜਾਣ ਜਾਣ ਕੇ ਜ਼ਰੂਰ ਮਾਫੀ ਬਖਸ਼ਿਆ ਕਰੋ ਸਾਰੀ ਸੰਗਤ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਸੋਹਣੇ ਦਰਬਾਰ 'ਚ ਸੇਵਾ ਕੀਤੀ ਹੈ। ਮਹਾਰਾਜ ਜੀ ਸੇਵਾ ਕਰਦੇ ਤੋਂ ਬਹੁਤ ਤਰੁੱਟੀਆਂ ਭੁੱਲਾਂ ਹੋ ਜਾਂਦੀਆਂ ਨੇ, ਆਪ ਸਭ ਜਾਣਦੇ ਹੋ। ਹੋਈਆਂ ਭੁੱਲਾਂ ਦੀ ਆਪ ਜੀ ਨੇ ਮਾਫੀ ਦੇਣੀ। ਅੱਗੇ ਤੋਂ ਪਾਤਸ਼ਾਹ ਜੀ ਸਮੱਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਾਰੀ ਸੰਗਤ ਗੱਜ ਕੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।